ਤਾਰਨ ਗੁਜਰਾਲ ਦੀ ਕਹਾਣੀ ਆਰਤੀ। ਸੰਨ 1943 ਦੀ ਗੱਲ ਹੈ। ਪ੍ਰੀਤਨਗਰ ਦੇ ਸਵਰਗ 'ਚੋਂ ਹਾਲੀ ਮੈਂ ਜ਼ਮੀਨ 'ਤੇ ਨਵਾਂ ਕਦਮ ਰੱਖਿਆ ਸੀ। ਮੇਰੀ ਉਮਰ ਉਸ ਵੇਲੇ 12 ਕੁ ਸਾਲ ਦੀ ਸੀ ਅਤੇ ਮੈਂ 7ਵੀਂ ਜਮਾਤ ਚੜ੍ਹੀ ਸਾਂ। ਪਰ ਪ੍ਰੀਤਨਗਰ ਦੇ ਖੁੱਲ੍ਹੇ ਡੁੱਲੇ ਮਾਹੌਲ ਨੇ ਮੇਰੀ ਚੇਤਨਤਾ ਨੂੰ ਖੰਭ ਲਾ ਦਿੱਤੇ ਹੋਏ ਸਨ। ਸ਼ਾਇਦ ਇਹ ਇਸ ਤੋਂ ਵੀ ਪਹਿਲਾਂ ਉੱਗੇ ਹੋਏ ਹੋਣ। ਇਸ ਵੇਲੇ ਮੈਨੂੰ ਖਿਆਲ ਆ ਰਿਹਾ ਹੈ ਕਿਉਂਕਿ ਇੰਨੇ ਵੱਡੇ ਪਰਿਵਾਰ ਵਿੱਚੋਂ ਮੈਂ ਵਿਚਕਾਰਲੀ ਹੋਣ ਦੇ ਬਾਵਜੂਦ ਵੀ ਮਾਪਿਆਂ ਕੋਲੋਂ ਬੇਹੱਦ ਪਿਆਰ ਲਿਆ ਹੈ। ਮੈਨੂੰ ਯਾਦ ਹੈ ਅੰਮ੍ਰਿਤ ਵੇਲੇ ਬੇਜੀ ਜਦੋਂ ਚਾਟੀ 'ਚ ਮਧਾਣੀ ਪਾਉਂਦੇ ਅਤੇ ਨਾਲ ਨਿੱਕੀ ਨਿੱਕੀ ਸੁਰ 'ਚ ਪਾਠ ਕਰਦੇ, ਨਿੱਕੀ ਕਣੀ ਤੋਂ ਵੱਡੀ ਕਣੀ ਤੱਕ ਆਉਂਦੇ ਤਾਂ ਮੈਨੂੰ ਸੁੱਤੀ ਪਈ ਨੂੰ ਮੰਜੀ ਤੋਂ ਚੁੱਕ ਕੇ ਚਾਟੀ ਦੇ ਸਿਰਹਾਣੇ ਖੜੀ ਕਰ ਲੈਂਦੇ। ਉਹ ਸ਼ਾਇਦ ਮੇਰਾ ਪੌਂਖਾ ਲੈਂਦੇ। ਮੈਂ ਅੱਧ ਸੁੱਤੀ ਜਾਗਦੀ ਆਪਣੀ ਤਲੀ ਅੱਗੇ ਕਰ ਦਿੰਦੀ ਅਤੇ ਮੱਖਣ ਦੀ ਗੋਲੀ ਨਿਗਲ ਜਾਂਦੀ। ਜਦ ਤੋਂ ਹੋਸ਼ ਸੰਭਾਲੀ ਆਪਣੇ ਆਪ ਨੂੰ ਗਾਉਂਦਿਆਂ ਸੁਣਿਆ। ਮੇਰੇ ਇੰਦਰ ਭੈਣ ਜੀ ਤਾਂ ਪਿਆਰ ਨਾਲ ਨਾਈਟਿੰਗੇਲ ਬੁਲਾਉਂਦੇ ਹੁੰਦੇ ਸਨ ਅਤੇ ਕਈ ਵਾਰੀ ਨਿੱਕੀਆਂ ਨਿੱਕੀਆਂ ਤੁਕਾਂ ਜੋੜ ਸੁਰ ਵਿੱਚ ਵੀ ਬੰਨ੍ਹਦੀ ਅਤੇ ਫਿਰ ਪਾਪਾ ਜੀ ਨੂੰ ਸੁਣਾਉਂਦੀ। ਬੈਠਕ ਦੀ ਕੁੰਡੀ ਅੰਦਰੋਂ ਬੰਦ ਕਰਕੇ ਕਿੰਨੀ ਦੇਰ ਆਦਮ ਕੱਦ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਫੁੱਲ ਚਿੜੀਆਂ ਕੱਢਣੀਆਂ, ਸਜਣਾ ਸੰਵਰਨਾ ਅਤੇ ਬਾਹਾਂ ਉੱਚੀਆਂ ਕਰ ਕਰਕੇ ਉਸ ਮਲੰਗ ਵਾਂਗ ਨੱਚਣਾ ਜਿਹੜਾ ਹੇਠੋਂ ਬਾਜ਼ਾਰ ਵਿੱਚੋਂ ਨੱਚਦਾ ਅਤੇ ਗਾਉਂਦਾ ਲੰਘਦਾ ਸੀ। ਲੰਘ ਆ ਜਾ ਪੱਤਣ ਚਨਾ ਦਾ ਯਾਰ, ਲੰਘ ਆ ਜਾ ਪੱਤਣ ਚਨਾ ਦਾ। ਮੇਰੇ ਗਲ ਵਿੱਚ ਸੂਈ ਅੰਗੀਆਂ, ਮੈਂ ਨਾਲ ਪੀਆ ਦੇ ਮੰਗੀਆਂ, ਭਾਵੇਂ ਮੰਦੀਆਂ ਅਤੇ ਭਾਵੇਂ ਚੰਗੀਆਂ ਯਾਰ, ਲੰਘ ਆ ਜਾ ਪੱਤਣ ਚਨਾ ਦਾ। ਪਾਪਾ ਜੀ ਦਾ ਸੁਪਨਾ ਸੀ ਕਿ ਮੈਨੂੰ ਸ਼ਾਂਤੀ ਨਿਕੇਤਨ ਭੇਜਣ, ਪਰ ਬੇਜੀ ਕਿਵੇਂ ਹਵਾ ਲੱਗਣ ਦਿੰਦੇ। ਉਹਨਾਂ ਜ਼ਿੱਦ ਫੜ ਲਈ ਕਿ ਇੰਨੀ ਦੂਰ ਧੀ ਨੂੰ ਨਹੀਂ ਭੇਜਣਾ। ਮੈਂ ਅਟਾਰੀ ਦੇ ਕੁਝ ਵਸਦੇ ਅਤੇ ਬਾਕੀ ਉਜੜੇ ਪੁਜੜੇ ਮਹਿਲਾਂ 'ਚ ਵਿਚਰਦੀ, ਉਹਨਾਂ ਦੇ ਤਲਿਸਮ 'ਚ ਡੁੱਬਦੀ ਉੱਭਰਦੀ ਵੱਡੀ ਹੋਣ ਲੱਗੀ। ਉੱਥੋਂ ਦੀਆਂ ਬੇਸ਼ੁਮਾਰ ਯਾਦਾਂ ਮੈਨੂੰ ਹੁਣ ਤੱਕ ਲੋਰੀਆਂ ਦਿੰਦੀਆਂ ਨੇ। ਅਟਾਰੀ ਦੀ ਮਿੱਟੀ ਦਾ ਇੱਕ ਕਣ ਮੇਰਾ ਪਛਾਣਿਆ ਹੋਇਆ ਹੈ। ਹਾਲੀ ਤੱਕ ਸੁਪਨਿਆਂ 'ਚ ਮੈਂ ਉੱਥੋਂ ਦੀਆਂ ਘਾਟੀਆਂ ਉੱਪਰੋਂ ਤਿਲਕਦੀ ਹਾਂ, ਉੱਥੋਂ ਦੀਆਂ ਅੰਨ੍ਹੀਆਂ ਡਿਉਢੀਆਂ 'ਚੋਂ ਵਾਹਿਗੁਰੂ ਕਰਦੀ ਅਤੇ ਕੰਧਾਂ ਵਿਚਲੇ ਜੰਗ ਖਾਧੇ ਤਾਲਿਆਂ ਵਾਲੇ ਦਰਵਾਜ਼ਿਆਂ ਨੂੰ ਟੋਹਦੀ ਲੰਘਦੀ ਹਾਂ। ਫਿਰ ਇੱਕ ਮੌਕਾ ਆ ਹੀ ਗਿਆ। ਮੇਰੇ ਇੰਦਰ ਭੈਣ ਜੀ JAV ਦੇ ਇਮਤਿਹਾਨ ਵਿੱਚ ਪੰਜਾਬ 'ਚੋਂ ਫਸਟ ਆਏ ਤਾਂ ਹੋਰ ਵਧਾਈ ਦੀਆਂ ਤਾਰਾਂ ਤੋਂ ਇਲਾਵਾ ਉਹਨਾਂ ਨੂੰ ਪ੍ਰੀਤਨਗਰ ਐਕਟੀਵਿਟੀ ਸਕੂਲ 'ਚ ਪੜ੍ਹਾਉਣ ਲਈ ਸੱਦਾ ਵੀ ਆਇਆ। ਇੱਕ ਬੜੇ ਮਾਣ ਦੀ ਗੱਲ ਸੀ। ਉਹਨਾਂ ਪ੍ਰਵਾਨਗੀ ਦੇ ਦਿੱਤੀ ਅਤੇ ਮੇਰੇ ਪਾਪਾ ਜੀ ਦੀਆਂ ਅੱਖਾਂ 'ਚ ਵੀ ਸੂਰਜ ਲਿਸ਼ਕਿਆ ਅਤੇ ਮੈਨੂੰ ਉਹਨਾਂ ਭੈਣ ਜੀ ਦੇ ਨਾਲ ਹੀ ਪ੍ਰੀਤਨਗਰ ਟੋਰ ਦਿੱਤਾ, ਜਿੱਥੋਂ ਦਾ ਇੱਕ ਪਲ ਮੇਰੇ ਖੂਨ 'ਚ ਵਹਿੰਦਾ ਹੈ ਅਤੇ ਮੈਨੂੰ ਜ਼ਿੰਦਗਾਨੀ ਦਾ ਹੁਲਾਰਾ ਦਿੰਦਾ ਹੈ। ਉੱਥੇ ਮੈਂ ਇੰਝ ਪਹੁੰਚੀ ਜਿਵੇਂ ਧਰਤੀ ਦਾ ਸੀਨਾ ਪਾੜ ਕੇ ਦੋਹਾਂ ਨਿੱਕੀਆਂ ਪੱਤੀਆਂ 'ਚ ਵੰਡਿਆ ਬੀਜ ਪਹਿਲੀ ਵਾਰੀ ਹਵਾ ਦਾ ਚੁੰਮਣ ਲੈਂਦਾ ਹੈ ਅਤੇ ਸਵੇਰ ਦੀ ਕੂਲੀ ਧੁੱਪ ਜਿਵੇਂ ਉਹਨੂੰ ਆਪਣੀ ਗੋਦ ਵਿੱਚ ਵਲੇਟ ਸਹਿਲਾਉਂਦੀ ਹੈ। ਅਟਾਰੀ ਦੇ ਗਵਰਨਮੈਂਟ ਗਰਲਜ਼ ਮਿਡਲ ਸਕੂਲ ਵਿੱਚੋਂ 5ਵੀਂ ਪਾਸ ਕਰਕੇ ਨਿਕਲਣ ਵਾਲੇ ਦਿਨ ਉੱਥੋਂ ਦੀ ਹੈਡਮਿਸਟਰੈਸ ਮਿਸ ਮੋਂਗਾ ਨੇ ਸਕੂਲ ਦੀ ਬਗੀਚੀ 'ਚ ਸੈਰ ਕਰਾਉਂਦਿਆਂ ਜੋ ਕਿਹਾ ਸੀ ਕਿ ਤੂੰ ਸਾਡੇ ਸਕੂਲ ਦੀ ਸ਼ਾਨ ਏ, ਇਹਦਾ ਸਿਰ ਕਦੇ ਨੀਵਾਂ ਨਾ ਹੋਣ ਦੇਈਂ, ਤੂੰ ਪ੍ਰੀਤਨਗਰ ਜਾ ਰਹੀ ਏ, ਉੱਥੇ ਤਾਂ ਸਾਰੇ ਹਿੰਦੁਸਤਾਨ ਅਤੇ ਵਿਦੇਸ਼ਾਂ 'ਚੋਂ ਵੀ ਬੱਚੇ ਪੜ੍ਹਨ ਆਉਂਦੇ ਨੇ। ਐਸੇ ਖੂਬਸੂਰਤ ਮਾਹੌਲ 'ਚ ਜਾ ਕੇ ਸਾਨੂੰ ਭੁੱਲ ਨਾ ਜਾਈਂ। ਆਪਣੇ ਵਧੀਆ ਕਰੈਕਟਰ ਅਤੇ ਮਿੱਠੀ ਆਵਾਜ਼ ਨਾਲ ਇੱਥੋਂ ਇੰਝ ਜਾ ਜਿਵੇਂ ਇੱਕ ਅੰਬ ਦੇ ਬੂਟੇ ਤੋਂ ਉੱਡ ਕੇ ਕੋਇਲ ਦੂਜੇ ਬਾਗ 'ਚ ਜਾ ਗਾਉਂਦੀ ਹੈ, ਵਗੈਰਾ। ਮੈਂ ਸਿੱਧੇ ਸਾਦੇ ਲੋਕਾਂ 'ਚ ਪਲ ਰਹੀ ਸਾਂ। ਪ੍ਰੀਤਨਗਰ ਦੇ ਬੱਚੇ ਬਹੁਤ ਜ਼ਹੀਨ ਸਨ। ਐਜੂਕੇਸ਼ਨ ਹੋਣ ਕਰਕੇ ਨਿੱਕੇ ਮੁੰਡੇ ਕੁੜੀਆਂ ਵੀ ਕਾਫੀ ਚੇਤੰਨ ਸਨ। ਉਹ ਆਪਸ 'ਚ ਇੱਕ ਦੂਜੇ ਨੂੰ ਛੇੜਦੇ, ਚੜਾਉਂਦੇ, ਹੱਸਦੇ, ਗਾਉਂਦੇ। ਮੁੰਡੇ ਕੁੜੀਆਂ ਆਪਣੇ ਨਾਂ ਜੋੜ ਕੇ ਲਵ, ਲਾਈਕ, ਹੇਟ ਕੱਢਦੇ। ਟਾਇਲਟ ਦੀਆਂ ਕੰਧਾਂ 'ਤੇ ਵੀ ਇੰਝ ਹੀ ਨਾਂ ਲਿਖੇ ਹੁੰਦੇ। ਉਹ ਤੋਂ ਪਹਿਲਾਂ ਤੱਕ ਤਾਂ ਮੈਂ ਲਵ ਦਾ ਮਾਇਨਾ ਪਿਆਰ ਹੀ ਸਮਝਦੀ ਸੀ, ਜਿਹੜਾ ਹਰ ਜੀਅ ਦਾ ਧਰਮ ਹੈ, ਹਰ ਇੱਕ ਨੂੰ ਕਰਨਾ ਹੀ ਚਾਹੀਦਾ ਹੈ। ਪਰ ਉੱਥੇ ਮੈਨੂੰ ਕ੍ਰਿਸ਼ਨਾ ਨੇ ਦੱਸਿਆ ਕਿ ਪਾਗਲੇ, ਲਵ ਦਾ ਮਾਇਨਾ ਹੈ, ਤੂੰ ਜਿਸ ਨਾਲ ਪਿਆਰ ਕਰਨੀ ਹੈ ਉਹਦੇ ਨਾਲ ਵਿਆਹ ਵੀ ਕਰਵਾਏਂਗੀ। ਖੈਰ, ਪ੍ਰੀਤਨਗਰ ਦੀ ਤਾਂ ਇੱਕ ਵੱਖਰੀ ਕਿਤਾਬ ਹੈ, ਭਾਵੇਂ ਮੈਂ ਉੱਥੇ ਸਿਰਫ 1.5 ਕੁ ਸਾਲ ਹੀ ਰਹੀ। ਦੂਜੇ ਸਾਲ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਮੇਰੇ ਬੇਜੀ ਅੜ ਗਏ ਕਿ ਵਾਪਸ ਪ੍ਰੀਤਨਗਰ ਨਹੀਂ ਭੇਜਣਾ, ਕਿਉਂਕਿ ਕੁੜੀ ਦਾ ਸੱਤਿਆਨਾਸ ਹੋ ਚੁੱਕਾ ਸੀ। ਉਹ ਰੱਬ ਨਾਲ ਆਡੇ ਲਾਉਣ ਨੂੰ ਫਿਰਦੀ ਸੀ, ਹਰ ਗੱਲ 'ਚ 100 ਘੁੰਤਰਾਂ ਕੱਢਦੀ ਸੀ ਅਤੇ ਕੁੜੀਆਂ ਮੁੰਡਿਆਂ ਦੀਆਂ ਇਸ਼ਕ ਕਹਾਣੀਆਂ ਸੁਣਾਉਂਦੀ ਸੀ। ਬਹੁਤ ਸਾਰੀਆਂ ਖੂਬਸੂਰਤ ਯਾਦਾਂ, ਵਸੀਹ ਖਿਆਲਾਂ ਅਤੇ ਨਵੇਂ ਤਜਰਬਿਆਂ ਨਾਲ ਲੱਦੀ-ਲੱਦਾਈ ਮੈਂ ਵਾਪਸ ਅਟਾਰੀ ਆਈ। ਹੋਰ ਤਾਂ ਬਹੁਤਾ ਕੁਝ ਬਦਲਿਆ ਨਹੀਂ। ਉਹੀ ਘਰ, ਉਹੀ ਸਹੇਲੀਆਂ, ਉਹੀ ਪਿੱਪਲ ਦਾ ਰੁੱਖ
ਜਿੱਥੇ ਸ਼ਹਿਦ ਦੇ ਛੱਤੇ ਲਟਕਦੇ ਤੇ ਵੱਡੀਆਂ ਵੱਡੀਆਂ ਟਹਿਣੀਆਂ ਤੇ ਪੋਟੇ ਉਡੀਕਦੇ ਰਹਿੰਦੇ ਕਿ ਕਦੋਂ ਜ਼ੋਰ ਦੀ ਹਵਾ ਵਗੇ ਤੇ ਉਹ ਸਾਡੀ ਰੌਂਸ ਨਾਲ ਲੁੱਕਣ ਮਿੱਟੀ ਖੇਡਣ। ਉਹੀ ਸਵੇਰ ਸ਼ਾਮ ਸਾਹਮਣੇ ਗਿੜਦਾ ਗੁਰਦੁਆਰੇ ਦਾ ਖੂਹ ਸੀ, ਜਿਹਦਾ ਅੱਧ ਭਾਈ ਸਾਧੂ ਸਿੰਘ ਦੀ ਕਾਲੀ ਰੌਸ਼ਨਾਈ ਜਿਹੀ ਥਾਂ ਕੰਤੋਂ 5 ਥਾਪੜ ਉਹਦੇ ਘਰ 'ਚ ਸੀ ਤੇ ਅੱਧਾ ਬਾਹਰ ਸੜਕ ਉੱਤੇ। ਉਹਦੇ 'ਚ ਬੱਚੇ 'ਚੋਂ ਲੰਘਦੇ ਪਸ਼ੂ ਪਾਣੀ ਪੀਂਦੇ, ਪਾਣੀ ਭਰਨ ਤੇ ਨਹਾਉਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ। ਅਸੀਂ ਆਪਣੀ ਪਹਿਲੀ ਮੰਜ਼ਿਲ ਤੋਂ ਕਿੰਨੀ ਕਿੰਨੀ ਦੇਰ ਨਜ਼ਾਰਾ ਵੇਖਦੇ ਰਹਿੰਦੇ। ਹੋਰ ਤਾਂ ਸਭ ਉਂਝ ਦਾ ਉਂਝ ਸੀ, ਸਿਰਫ ਸਾਡੇ ਘਰ ਦੀ ਪਿੱਠ ਨਾਲ ਪਿੱਠ ਜੋੜੀ ਖਲੋਤੇ ਮਕਾਨ ਵਿੱਚ, ਜਿਹਦੀਆਂ ਪਿਛਲੀਆਂ ਬਾਰੀਆਂ ਸਾਡੇ ਕੋਠੇ ਉਤਲੇ ਫਰਸ਼ ਤੋਂ 4 ਕੁ ਫੁੱਟ ਉੱਚੀਆਂ ਖੁੱਲ੍ਹਦੀਆਂ ਸਨ, ਉਸ ਵਿੱਚ ਨਵੇਂ ਕਿਰਾਏਦਾਰ ਆ ਗਏ ਸਨ। ਰਾਤੀ ਨਾਲ ਜੁੜੇ ਮੰਜਿਆਂ ਦੀ ਲੰਮੀ ਕਤਾਰ ਉੱਤੇ ਬਿਸਤਰੇ ਵਿਛਾ ਕੇ ਅਸੀਂ ਭੈਣ ਭਰਾ ਆਪਸ 'ਚ ਹੱਸਦੇ ਖੇਬੜਦੇ, ਮੰਜਿਆਂ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਪਲਸੇਟੀਆਂ ਮਾਰਦੇ, ਇੱਕ ਸਾਹ 'ਚ ਗਾਉਂਦੇ, ਹਮ ਦਮ ਮਸਤ ਕਲੰਦਰ ਦੀਨ ਪਨਾ ਦਮ ਦੇਣੇ ਵਾਲਾ ਦਾਤਾ ਹੈ। ਖੇਡ ਰਹੇ ਸਾਂ ਤਾਂ ਮੈਂ ਵੇਖਿਆ ਪਿਛਲੇ ਕੋਠੇ ਦੀ ਨਿੱਕੀ ਕੰਧ ਵਿਚਲੀ ਇੱਟਾਂ ਦੀ ਵੱਡੀ ਵੱਡੀ ਚੌਰਸ ਜਾਲੀ ਪਿੱਛੋਂ ਇੱਕ ਚਿਹਰਾ ਹਿਲ ਜੁਲ ਰਿਹਾ ਸੀ। ਪੰਸਾਰੀਆਂ ਦੀ ਧੀ ਜੀਤੋ ਮੇਰੀ ਜਮਾਤਣ ਸੀ। ਕੱਦ ਮਧਰਾ, ਸਰੀਰ ਗੁੰਦਵਾ, ਰੰਗ ਨਾ ਕਾਲਾ ਨਾ ਗੋਰਾ। ਉਹਦੇ ਮੋਟੇ ਸਾਰੇ ਨੱਕ ਦੇ ਸਿਰੇ 'ਤੇ ਵੱਡੇ ਸਾਰੇ ਫੋੜੇ ਦਾ ਨਿਸ਼ਾਨ ਸੀ। ਉਹ ਕਿੰਨੀ ਕਿੰਨੀ ਦੇਰ ਮੇਰੇ ਕੂਲੇ ਦਾਗਹੀਣ ਮੂੰਹ 'ਤੇ ਹੱਥ ਫੇਰਦੀ ਰਹਿੰਦੀ ਤੇ ਆਪਣੇ ਬੇਢੰਗੇ ਨੱਕ ਦੇ ਬਦਸੂਰਤ ਦਾਗ ਨੂੰ ਉਦਾਸ ਮੂੰਹ ਨਾਲ ਕੋਸਦੀ ਰਹਿੰਦੀ। ਉਹਦੇ ਕੱਪੜਿਆਂ 'ਚੋਂ ਦੇਸੀ ਘਿਓ, ਹਲਦੀ ਤੇ ਗਰਮ ਮਸਾਲੇ ਦੀ ਮਿਲੀ ਜੁਲੀ ਗੰਧ ਆਉਂਦੀ ਰਹਿੰਦੀ। ਉਸੇ ਦੇ ਮਾਮੇ ਨੇ ਸਾਡਾ ਪਿਛਲਾ ਮਕਾਨ ਕਿਰਾਏ 'ਤੇ ਲਿਆ ਸੀ। ਉਹ ਲੋਕ ਬਰਮਾ ਤੋਂ ਉੱਜੜ ਕੇ ਆਏ ਸਨ। ਵੱਡਾ ਪੁੱਤਰ ਰਘਬੀਰ, ਭਰਾ ਜੀ ਤੇ ਛੋਟਾ ਜੀਤ ਤੇ ਧੀਆਂ ਬਚਨੀ, ਸੁੱਖੋ ਤੇ ਗੁੰਨੋ ਸਨ। ਉਹਨਾਂ ਦੀ ਮਾਂ ਰਾਹ ਦੀਆਂ ਮੁਸੀਬਤਾਂ ਜ਼ਿਆਦਾ ਤੋਂ ਜ਼ਿਆਦਾ ਆਪਣੇ ਸਿਰ 'ਤੇ ਚੁੱਕਦੀ ਤੇ ਆਪਣੇ ਹਿੱਸੇ ਦੇ ਪਾਣੀ ਦੀ ਆਖਰੀ ਬੂੰਦ ਤੱਕ ਆਪਣੇ ਬੱਚਿਆਂ ਦੇ ਤੇ ਪਤੀ ਨੂੰ ਦਿੰਦੀ ਜਾਨ 'ਤੇ ਖੇਡ ਗਈ ਸੀ। ਉਹਨਾਂ ਗੱਲਾਂ ਨੂੰ ਯਾਦ ਕਰ ਕਰਕੇ ਬਚਨੀ ਦੇ ਲੰਮੇ ਪਤਲੇ ਮੂੰਹ ਉਤਲੇ ਭਰਵੇਂ ਹੋਂਠ ਕੰਬ ਜਾਂਦੇ ਤੇ ਅੱਖਾਂ 'ਚੋਂ ਅੱਥਰੂ ਲਕੀਰ ਬਣਾ ਕੇ ਵਗਦੇ। ਉਹ ਨਾਮਧਾਰੀਏ ਸਨ। ਚਿੱਟੀਆਂ ਗੋਲ ਪੱਗਾਂ ਬੰਨ੍ਹਦੇ, ਚੰਗੀ ਭਲੀ ਸਿੱਧੀ ਪੱਗ ਬੰਨ੍ਹ ਕੇ ਉਹਨੂੰ ਮੱਥੇ ਉੱਤੋਂ ਘੁਮਾ ਕੇ ਹੀ ਖੌਰੇ ਕੰਨਾਂ ਵਾਲੇ ਪਾਸੇ ਕਰ ਲੈਂਦੇ ਸਨ। ਬਚਨੀ ਹੋਰੀ ਘਰ ਲੌਂਜੀਆਂ ਲੁੰਗੀਆਂ ਬੰਨ੍ਹਦੀਆਂ। ਮਰਦ ਸਫੈਦ ਕੁੜਤੇ ਪਜਾਮੇ ਪਾਉਂਦੇ, ਪਰ ਜੀਤ ਕੋਈ ਮਰਦ ਥੋੜ੍ਹਾ ਹੀ ਸੀ। ਉਹ ਤਾਂ ਹਾਲੇ 8ਵੀਂ ਪੜ੍ਹਦਾ ਸੀ। ਗੋਰਾ ਗੋਲ ਮੂੰਹ ਤੇ ਵੱਡੀਆਂ ਵੱਡੀਆਂ ਅੱਖਾਂ। ਉਹਨਾਂ ਸਾਰਿਆਂ ਦੇ ਵਾਲ ਕਿੰਨੇ ਕਿੰਨੇ ਲੰਮੇ ਸਨ। ਬਚਨੀ ਦੱਸਦੀ ਹੁੰਦੀ ਸੀ ਕਿ ਬਰਮਾ 'ਚ ਸਾਬਣ ਨਾਲ ਕੋਈ ਸਿਰ ਨਹੀਂ ਧੋਂਦਾ। ਉੱਥੇ ਤਾਂ ਸ਼ਿਕਾਕਾਈ ਦੀਆਂ ਫਲੀਆਂ ਨਾਲ ਧੋਈਦਾ ਸੀ, ਜਿਨ੍ਹਾਂ ਨਾਲ ਵਾਲ ਚਿਕਨੇ ਤੇ ਮੁਲਾਇਮ ਰਹਿੰਦੇ ਨੇ ਤੇ ਗਿੱਟਿਆਂ ਤੱਕ ਲੰਮੇ ਵੀ ਹੋ ਜਾਂਦੇ ਨੇ। ਮੇਰਾ ਇੰਨਾ ਪੱਕਾ ਸਹੇਲਪੁਣਾ ਤੇ ਬਚਨੀ ਨਾਲ ਸੀ ਕਿ ਅਸੀਂ ਘੰਟਿਆਂ ਬੱਧੀ ਬਾਰੀਆਂ ਦੀਆਂ ਸੀਖਾਂ ਨਾਲ ਜੁੜੀਆਂ ਗੱਲਾਂ ਕਰਦੀਆਂ ਰਹਿੰਦੀਆਂ। ਬਹੁਤੀ ਵਾਰੀ ਜੀਤ ਵੀ ਵਿੱਚ ਹੀ ਸ਼ਾਮਲ ਹੋ ਜਾਂਦਾ ਤੇ ਬਰਮਾ ਦੀਆਂ ਪਰੀਦੇਸ ਵਰਗੀਆਂ ਕਹਾਣੀਆਂ ਸੁਣਾਉਂਦਾ। ਉਹ ਕਈ ਤਰ੍ਹਾਂ ਦੇ ਜਾਦੂ ਦੀਆਂ ਖੇਡਾਂ ਵਿਖਾ ਸਾਨੂੰ ਅਚੰਭਤ ਕਰਦਾ ਰਹਿੰਦਾ। ਸਵੇਰੇ ਸਵੇਰੇ ਉਹਨਾਂ ਦੇ ਘਰ ਕੀਰਤਨ ਸ਼ੁਰੂ ਹੋ ਜਾਂਦਾ। ਸਾਰਾ ਟੱਬਰ ਖੌਰੇ ਕਿਹੜੇ ਵੇਲੇ ਸਿਰ ਸਣੇ ਨਹਾ ਕੇ ਨਿਤਨੇਮ ਵੀ ਕਰ ਚੁੱਕਦਾ ਹੁੰਦਾ ਤੇ ਫਿਰ ਇੱਕ ਸੂਰਮੇ ਗਿਆਨੀ ਜੀ, ਜਿਹੜੇ ਸ਼ਾਇਦ ਉਹਨਾਂ ਨਾਲ ਬਰਮਾ ਤੋਂ ਆਏ ਸਨ, ਉਹਨਾਂ ਨਾਲ ਰਲ ਕੇ ਸਾਰੇ ਕੀਰਤਨ ਕਰਦੇ। ਇੱਕ ਸ਼ਬਦ ਮੈਨੂੰ ਪੀਆ ਦੇ ਮਿਲਣ ਦੀ ਆਸ ਦੀ ਟੇਕ ਰੱਖ ਕੇ ਜੀਤ ਵਾਜੇ ਨਾਲ ਗਾਉਂਦਾ, ਜਿਹਦੇ ਅੰਤਰੇ 'ਚੋਂ ਆਪਨੜੇ ਘਰ ਖੜੀ ਮੈਂ ਤੱਕਾਂ, ਮੈਂ ਮਨ ਚਾਓ ਕਨੇਰਾ ਸ਼ਬਦ ਪੜ੍ਹਦਾ। ਵਾਜੇ ਦੀ ਪਹਿਲੀ ਆਵਾਜ਼ ਸੁਣਦਿਆਂ ਹੀ ਮੈਂ 2-2 3-3 ਪੌੜੀਆਂ ਟੱਪਦੀ ਉੱਤੇ ਪਹੁੰਚ ਜਾਂਦੀ ਤੇ ਬਾਰੀ ਦੀਆਂ ਸੀਖਾਂ ਨਾਲ ਸਿਰ ਜੋੜੀ ਇੱਕ ਟੱਕ ਉਹਨਾਂ ਵੱਲ ਤੱਕਦੀ ਰਹਿੰਦੀ। ਸ਼ਬਦ ਸੁਣਦੀ ਤੇ ਹੇਠਾਂ ਉੱਤੋਂ ਹੁੰਦੀਆਂ ਵਾਜੇ ਦੀਆਂ ਸੁਰਾਂ ਨਾਲ ਡੁੱਬਦੀ ਉੱਭਰਦੀ ਰਹਿੰਦੀ। ਸਾਡੀ ਪਹਿਲੀ ਮੰਜ਼ਿਲ ਦੇ ਸੜਕ ਵਾਲੇ ਪਾਸੇ ਦਾ ਵਿਹੜਾ ਵੀ ਉਹਨਾਂ ਦੇ ਕੋਠੇ ਤੋਂ ਨਜ਼ਰ ਆਉਂਦਾ ਸੀ। ਜੀਤ ਅਕਸਰ ਆਪਣੀ ਉਤਲੀ ਛੱਤ 'ਤੇ ਹੱਥ ਵਿੱਚ ਕਿਤਾਬ ਜਾਂ ਕਾਪੀ ਫੜੀ ਟਹਿਲਦਾ ਹੁੰਦਾ। ਉਹ ਬਹੁਤ ਹੀ ਸ਼ਰਮਾਕਲ ਸੀ। ਸਾਹਮਣੇ ਵੇਖਦਿਆਂ ਇੱਕਦਮ ਝੱਕ ਜਾਂਦਾ, ਛੁਪ ਜਾਂਦਾ, ਪਰ ਝਰਨਿਆਂ ਪਿੱਛੋਂ ਝਾਕਦਾ ਰਹਿੰਦਾ। ਸਕੂਲ ਤੋਂ ਬਾਅਦ ਜਿੰਨਾ ਚਿਰ ਵੀ ਮੈਂ ਘਰ ਹੁੰਦੀ ਤੇ ਵਿਹੜੇ ਵਿੱਚੋਂ ਲੰਘਦਿਆਂ ਜਦ ਵੀ ਨਜ਼ਰ ਉੱਪਰ ਉੱਠਦੀ, ਇੰਜ ਕਦੇ ਵੀ ਨਹੀਂ ਹੋਇਆ ਕਿ 2 ਅੱਖਾਂ ਜਗ ਬੁੱਝ ਕਰਦੀਆਂ ਝਰੋਖਿਆਂ ਪਿੱਛੋਂ ਝਾਕ ਨਾ ਰਹੀਆਂ ਹੁੰਦੀਆਂ। ਇੱਕ ਦਿਨ ਸਰਦੀਆਂ ਦੀ ਦੁਪਹਿਰੇ ਮੈਂ ਉਤਲੇ ਕੋਠੇ ਦੀ ਛੱਤ 'ਤੇ ਲੇਟੀ ਕੋਈ ਕਿਤਾਬ ਪੜ੍ਹ ਰਹੀ ਸਾਂ ਕਿ ਮੇਰੇ ਹੱਥ ਨਾਲ ਵੱਜ ਕੇ ਕਾਗਜ਼ ਦੀ ਇੱਕ ਨਿੱਕੀ ਜਿਹੀ ਗੋਲੀ ਫਰਸ਼ 'ਤੇ ਡਿੱਗੀ। ਇੱਕਦਮ ਉੱਤੇ ਧਿਆਨ ਗਿਆ, ਪਰ ਇੱਕ ਝੋਲਾ ਜਿਹਾ ਕਾਹਲੀ ਨਾਲ ਪਿੱਛੇ ਸਰਕ ਚੁੱਕਾ ਸੀ। ਮੈਂ ਮੁੜਿਆ ਤਰੋੜਿਆ ਕਾਗਜ਼ ਸਿੱਧਾ ਕੀਤਾ। ਉਸ 'ਤੇ ਅੰਗਰੇਜ਼ੀ 'ਚ ਲਿਖਿਆ ਸੀ, ਆਈ ਲਵ ਯੂ। ਪ੍ਰੀਤ ਨਗਰ ਇਹੋ ਜਿਹੀਆਂ ਖੇਡਾਂ ਮੁੰਡੇ ਕੁੜੀਆਂ ਅਕਸਰ ਖੇਡਦੇ ਸਨ।
ਤੇ ਮੇਰੀ ਸਹੇਲੀ ਕ੍ਰਿਸ਼ਨਾ ਰੋਜ਼ ਨਵੇਂ-ਨਵੇਂ ਕਿੱਸੇ ਮੈਨੂੰ ਸੁਣਾਉਂਦੀ ਹੁੰਦੀ ਸੀ। ਮੈਂ ਕਿਤਾਬਾਂ ਦੀ ਮਾਰੀ ਬਹੁਤਾ ਲਾਇਬ੍ਰੇਰੀ ਦੇ ਚੱਕਰ ਕੱਟਦੀ ਤੇ 1.5 ਸਾਲ ਵਿੱਚ ਹੀ ਸਭ ਨਿੱਕੀ ਵੱਡੀ ਕਿਤਾਬ ਚੱਟਦੀ ਰਹੀ ਸਾਂ। ਮੇਰੇ ਨਾਲ ਕੋਈ ਅਜਿਹਾ ਹਾਦਸਾ ਇਹ ਤੋਂ ਪਹਿਲਾਂ ਹੋਇਆ ਵੀ ਨਹੀਂ ਸੀ ਕਿ ਕਿਸੇ ਨੇ ਮੈਨੂੰ ਇੰਝ ਨੀਝ ਲਾ ਤੱਕਿਆ ਹੋਵੇ ਜਾਂ ਇਹ ਕਿਹਾ ਹੀ ਹੋਵੇ ਮੈਂ ਭਵੱਤਰ ਗਈ। ਮੈਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਮੈਂ ਵੀ ਉਹਨੂੰ ਪਿਆਰ ਕਰਦੀ ਸੀ ਜਾਂ ਨਹੀਂ। ਮੈਂ ਤਾਂ ਜਿਵੇਂ ਇੱਕ ਲੁੱਕਣ ਮਿੱਟੀ ਦੀ ਖੇਡ ਵੇਖ ਰਹੀ ਸਾਂ। ਇਸ ਖੇਡ ਦੀ ਨਾਇਕਾ ਮੈਂ ਕਦੋਂ ਬਣ ਗਈ? ਮੇਰਾ ਮੂੰਹ ਕਸੈਲਾ ਜਿਹਾ ਹੋ ਗਿਆ। ਜੀਤ ਮੈਨੂੰ ਨਿੱਕਾ ਨਿੱਕਾ ਦਿਸਿਆ। ਮਿਸ ਮੋਂਗਾ ਦਾ ਆਚਰਨ ਤੇ ਦਿੱਤਾ ਲੈਕਚਰ ਮੇਰੇ ਸਿਰ 'ਚ ਟੇਪ ਵਾਂਗ ਚੱਲਣ ਲੱਗਾ ਤੇ ਮੈਂ ਉਸੇ ਕਾਗਜ਼ 'ਤੇ ਉਹਦੀ ਲਿਖਾਈ ਦੇ ਥੱਲੇ ਆਈ ਹੇਟ ਯੂ ਲਿਖ ਕੇ ਗੋਲੀ ਬਣਾ ਕੇ ਉੱਤੇ ਸੁੱਟ ਦਿੱਤੀ। ਮੇਰੀ ਲਿਖਤ ਪੜ੍ਹ ਕੇ ਉਸ ਵੇਲੇ ਇੱਕਦਮ ਉਹਦੇ ਪਤਾ ਨਹੀਂ ਕੀ ਪ੍ਰਤੀਕਰਮ ਹੋਇਆ ਹੋਵੇਗਾ। ਕਈ ਦਿਨਾਂ ਤੱਕ ਨਾ ਮੈਂ ਕੋਠੇ ਵੱਲ ਝਾਕਿਆ ਤੇ ਨਾ ਹੀ ਉਹ ਮੈਨੂੰ ਦਿਸਿਆ। ਹੌਲੀ ਹੌਲੀ ਫੇਰ ਮੈਂ ਕੋਠੇ ਦੀਆਂ ਬਾਰੀਆਂ ਵਿੱਚੋਂ ਬਚਨੀ ਸੁੱਖੋ ਨਾਲ ਗੱਲਾਂ ਕਰਨ ਲੱਗ ਪਈ। ਜੀਤ ਜੇ ਘਰ ਹੁੰਦਾ ਤੇ ਬਹੁਤਾ ਚਿਰ ਪਿਛਲੇ ਕਮਰੇ 'ਚ ਹੀ ਛੁਪਿਆ ਰਹਿੰਦਾ, ਪਰ ਜੇ ਕਦੀ ਬਾਹਰਲੇ ਕਮਰੇ 'ਚੋਂ ਲੰਘਣਾ ਪੈ ਜਾਂਦਾ ਤੇ ਬੇਹੱਦ ਉਦਾਸ ਚੋਰ ਅੱਖਾਂ ਨਾਲ ਮੇਰੇ ਵੱਲ ਵੇਖਦਾ। ਉਹਦੀਆਂ ਗੱਲਾਂ ਕੰਨਾਂ ਤੱਕ ਲਾਲ ਹੋ ਜਾਂਦੀਆਂ। ਉਸ ਮੇਰੇ ਨਾਲ ਬੋਲਣਾ ਉੱਕਾ ਹੀ ਬੰਦ ਕਰ ਦਿੱਤਾ ਸੀ। ਭਾਵੇਂ ਝਰੋਖਿਆਂ 'ਚੋਂ ਫਿਰ ਉਸੇ ਤਰ੍ਹਾਂ ਝਾਕਦੀਆਂ ਅੱਖਾਂ ਮੈਂ ਵੇਖਣ ਲੱਗ ਪਈ। ਰਘਬੀਰ ਭਰਾ ਜੀ ਦੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ ਤੇ ਬਚਨੀ ਤੇ ਸੁੱਖੋ ਆਉਣ ਵਾਲੀ ਭਾਬੀ ਲਈ ਗੋਟੇ ਕਿਨਾਰੀ ਵਾਲਾ ਜੋੜਾ ਬਣਾਉਣ 'ਚ ਰੁੱਝ ਗਈਆਂ। ਉਹ ਡੁੱਲਦੀਆਂ ਅੱਖਾਂ ਨਾਲ ਆਪਣੀ ਮਾਂ ਦਾ ਸੰਦੂਕ ਖੋਲ੍ਹ ਮੈਨੂੰ ਬਾਰੀਆਂ ਵਿੱਚੋਂ ਹੀ ਉਹਦੀਆਂ ਸਾਂਭੀਆਂ ਝਿੱਲੀਆਂ ਤੇ ਬਾਗ ਫੁਲਕਾਰੀਆਂ ਵਿਖਾਉਂਦੀਆਂ। ਉਸ ਜ਼ਮਾਨੇ ਵਿੱਚ 15-15 ਦਿਨ ਗਾਉਣ ਬਹਾਉਣੇ ਤਾਂ ਮਾਮੂਲੀ ਗੱਲ ਸੀ। ਪੂਰੀਆਂ 15 ਰਾਤਾਂ ਅਸੀਂ ਸਾਰੀਆਂ ਕੁੜੀਆਂ ਗਾ ਕੇ ਨੱਚ ਝੱਲੀਆਂ ਹੁੰਦੀਆਂ ਰਹੀਆਂ। ਜੀਤ ਰੋਜ਼ ਰਾਤੀ ਆਪਣੇ ਕੋਠੇ ਤੋਂ ਸਾਡੇ ਕੋਠੇ 'ਤੇ ਪਰਸਾਂਗ ਲਟਕਾ ਦਿੰਦਾ ਤੇ ਅਸੀਂ ਟੱਪ ਕੇ ਉਹਨਾਂ ਦੇ ਕੋਠੇ 'ਤੇ ਚਲੀਆਂ ਜਾਂਦੀਆਂ। ਆਖਰੀ ਰਾਤ ਸੀ। ਗੀਤਾਂ ਦੀ ਮਹਿੰਦੀ ਲਾਉਂਦਿਆਂ ਗਾਉਂਦਿਆਂ ਸਵੇਰ ਦੇ 4 ਵੱਜ ਗਏ। ਮੇਰੀਆਂ ਦੋਵੇਂ ਵੱਡੀਆਂ ਭੈਣਾਂ ਪੌੜੀਆਂ 'ਤੇ ਅੱਗੇ ਪਿੱਛੇ ਚੜ੍ਹ ਰਹੀਆਂ ਸਨ। ਮੈਂ ਸਭ ਤੋਂ ਅਖੀਰ। ਮੈਂ 3-4 ਪੌੜੀਆਂ ਚੜ੍ਹੀ ਸਾਂ ਕਿ ਪਿੱਛੋਂ ਕਿਸੇ ਮੇਰਾ ਪੈਰ ਫੜ ਲਿਆ। ਮੈਂ ਚੌਂਕ ਕੇ ਵੇਖਿਆ ਜੀਤ ਸੀ। ਨਿੰਮੀ ਲੋਚ ਉਹਦੀਆਂ ਅੱਖਾਂ ਤਰਲਿਆਂ ਨਾਲ ਭਿੱਜੀਆਂ ਚਮਕ ਰਹੀਆਂ ਸਨ। ਉਹਨੇ ਹੌਲੀ ਜਿਹੀ ਕਿਹਾ, ਮੈਨੂੰ ਮਾਫ਼ ਕਰ ਦੇ। ਪੌੜੀਆਂ ਖਾਲੀ ਸਨ। ਮੈਂ ਉਹਦਿਆਂ ਹੱਥਾਂ 'ਚੋਂ ਪੋਲੇ ਜਿਹੇ ਆਪਣੇ ਪੈਰ ਛੁਡਾਏ ਤੇ ਬਦਾਵਾਸ ਜਿਹੀ ਉਤਲੀ ਪਰਸਾਂਗ ਤੋਂ ਟੱਪ ਕੇ ਘਰ ਆ ਗਈ। ਉਸ ਤੋਂ ਬਾਅਦ ਜਦੋਂ ਵੀ ਉਹਨਾਂ ਅੱਖਾਂ ਨੂੰ ਤੱਕਿਆ ਉਹਨਾਂ ਵਿੱਚ ਸ਼ਿਕਾਇਤ ਦੀ ਥਾਵੇਂ ਤਰਲਾ ਸੀ। ਦੁਸਹਿਰੇ ਦੇ ਦਿਨਾਂ 'ਚ ਉਹਨਾਂ ਦੇ ਘਰ ਦੇ ਸਾਹਮਣੇ ਖੁੱਲ੍ਹੀ ਗਰਾਊਂਡ ਵਿੱਚ ਤਖਤ ਜੋੜ ਕੇ ਰਾਮਲੀਲਾ ਦਾ ਸਟੇਜ ਤਿਆਰ ਹੋਣ ਲੱਗਾ। ਐਤਕੀ ਜੀਤ ਰਾਮਲੀਲਾ 'ਚ ਸੀਤਾ ਬਣ ਰਿਹਾ ਸੀ। ਰਾਤ ਨਾਲ ਵਾਲੇ ਮੰਦਰ ਵਿੱਚ ਮੁੰਡੇ ਸੰਵਾਦ ਯਾਦ ਕਰਦੇ, ਰਿਹਰਸਲ ਕਰਦੇ। ਰਾਤ ਦੀ ਖਾਮੋਸ਼ੀ ਚੀਰਦੀ ਜੀਤ ਦੀ ਆਵਾਜ਼ ਮੈਂ ਢੇਰ ਸਾਰੇ ਮੁੰਡਿਆਂ ਦੀ ਆਵਾਜ਼ 'ਚੋਂ ਵੀ ਨਿਖੇੜ ਲੈਂਦੀ। ਕਈ ਸਾਲਾਂ ਤੱਕ ਤਾਂ ਉਸ ਗੀਤ ਦੇ ਬੋਲ ਵੀ ਮੈਨੂੰ ਯਾਦ ਸਨ ਜੋ ਸੀਤਾ ਵੱਲੋਂ ਰਾਮ ਦੀ ਬਿਰਹਾ 'ਚ ਗਾਉਂਦਾ। ਕਾਸ਼ ਹੁਣ ਤੱਕ ਯਾਦ ਰਹਿ ਸਕਦੇ। ਰਾਮਲੀਲਾ ਵਾਲੇ ਦਿਨ ਅਸੀਂ ਸਾਰੇ ਬੱਚਿਆਂ ਹੋਸ਼ ਹਵਾਸ ਭੁਲਾ ਮੈਦਾਨ ਛਿੜਕਾ ਬੁਹਾਰ ਕੇ ਸਾਫ਼ ਕੀਤਾ। ਮੰਦਰ ਤੇ ਗੁਰਦੁਆਰਿਓਂ ਚੁੱਕ ਝਾੜ ਦਰੀਆਂ ਵਿਛਾਈਆਂ। ਵੱਡੇ ਮੁੰਡੇ ਰੰਗ ਬਰੰਗੇ ਕਾਗਜ਼ਾਂ ਨੂੰ ਝੰਡੀਆਂ 'ਚ ਕੱਟ ਕੇ ਲੇਵੀ ਲਾ ਕੇ ਇੱਕ ਦਿਨ ਪਹਿਲਾਂ ਤੋਂ ਹੀ ਰੱਸੀਆਂ ਨਾਲ ਚਮੋੜ ਰਹੇ ਸਨ ਤੇ ਸ਼ਾਮ ਤੱਕ ਗਲੀ ਦੇ ਸਿਰੇ ਤੋਂ ਲੈ ਕੇ ਪੂਰੇ ਮੈਦਾਨ 'ਚ ਝੰਡੀਆਂ ਦਾ ਚੰਦੋਆ ਜਿਹਾ ਤਾਣ ਦਿੱਤਾ ਸੀ। ਮਾਵਾਂ ਰੋਟੀ ਲਈ ਬੁਲਾ ਹਫ ਗਈਆਂ ਸਨ, ਪਰ ਕਿਸੇ ਨੂੰ ਭੁੱਖ ਹੀ ਨਹੀਂ ਸੀ। ਸੂਰਜ ਦੇ ਡੁੱਬਣ ਨਾਲ ਇੱਕ ਗੈਸ ਗਲੀ ਦੇ ਸਿਰੇ 'ਤੇ ਲਟਕਾ ਦਿੱਤਾ ਗਿਆ ਤੇ 2 ਲੰਮੇ ਸਾਟਨ ਦੇ ਹਰੇ ਪਰਦਿਆਂ 'ਤੇ ਸੱਜੇ ਖੱਬੇ। ਸਟੇਜ ਦੇ ਬਾਹਰ ਖੱਬੇ ਹੱਥ ਮਿਸ਼ਰ ਜੀ ਨੇ ਵਾਜਾ ਲੈ ਕੇ ਰਮਾਇਣ ਗਾਉਣਾ ਵੀ ਸ਼ੁਰੂ ਕਰ ਦਿੱਤਾ। ਨਿੱਕੇ ਬੱਚੇ ਸਟੇਜ ਦੇ ਅੱਗੇ ਥਾਂ ਮੱਲਣ ਲਈ ਇੱਕ ਦੂਜੇ ਨਾਲ ਹੱਥੋਂ ਪਾਈ ਵੀ ਹੋਣ ਲੱਗ ਪਏ ਤੇ ਕੋਠਿਆਂ 'ਤੇ ਬਨੇਰਿਆਂ 'ਤੇ ਕੱਪੜੇ ਵਿਛਾ ਮਾਵਾਂ ਤੇ ਜਵਾਨ ਭੈਣਾਂ ਨੇ ਥਾਂ ਮੱਲ ਲਈ। ਬਚਨੀ ਹੋਰਾਂ ਨੇ ਪਰਸਾਂਗ ਸਾਡੀ ਛੱਤ 'ਤੇ ਲਮਕਾ ਦਿੱਤਾ ਸੀ। ਅਸੀਂ ਲੰਮਾ ਵਲਾ ਮਾਰਨ ਦੀ ਥਾਵੇਂ ਪਰਸਾਂਗ ਰਾਹੀਂ ਉਹਨਾਂ ਦੇ ਕੋਠੇ 'ਤੇ ਟੱਪ ਜਾਂਦੇ ਤੇ ਫਿਰ ਦਗੜ ਪੌੜੀਆਂ ਉਤਰਦੇ ਸਾਹਮਣੇ ਮੈਦਾਨ 'ਚ ਪਹੁੰਚ ਜਾਂਦੇ। ਪਰਦੇ ਦੇ ਪਿਛਲੇ ਪਾਸੇ ਬਾਹਮਣਾਂ ਦੀ ਧੀ ਸ਼ਾਂਤੀ ਦੇ ਘਰ ਸਭ ਮੁੰਡੇ ਤਿਆਰ ਹੋ ਰਹੇ ਸਨ। ਵੱਡੀਆਂ ਮੁੱਛਾਂ ਤੇ ਅੱਧੀਆਂ ਗੱਲਾਂ ਤੱਕ ਕੱਜਲ ਦੀਆਂ ਲਾਈਨਾਂ ਖਿੱਚ ਕੇ ਬਣਾਈਆਂ ਵੱਡੀਆਂ ਅੱਖਾਂ ਵਾਲਾ ਰਾਵਣ। ਮੂੰਹ 'ਤੇ ਪਾਊਡਰ ਦੀਆਂ ਮੋਟੀਆਂ ਤਹਿਆਂ ਤੇ ਲਾਲੀਆਂ ਬਿੰਦੀਆਂ ਮੁਕਟਾਂ ਦੇ ਰੌਲੇ ਗੋਲੇ 'ਚ ਕੁਝ ਪਤਾ ਹੀ ਨਹੀਂ ਸੀ ਲੱਗ ਰਿਹਾ ਕੌਣ ਕੀ ਬਣਿਆ ਹੋਇਆ। ਇੱਕ ਸਟੂਲ ਉੱਤੇ ਲਾਲ ਜ਼ਰੀ ਦੇ ਬਾਰਡਰ ਵਾਲੀ ਸਾੜੀ, ਮੂੰਹ 'ਤੇ ਮੇਕਅਪ, ਸਿਰ 'ਤੇ ਮੁਕਟ ਲਾਈ ਸੀਤਾ ਚੁੱਪਚਾਪ ਬੈਠੀ ਸੀ। ਉਹਦੇ ਸਟੂਲ 'ਤੇ ਬੈਠੀ ਦੇ ਖੁੱਲ੍ਹੇ ਵਾਲ ਹੇਠਾਂ ਵਿਛੀ ਹੋਈ ਦਰੀ ਨੂੰ ਛੂਹ ਰਹੇ ਸਨ। ਉਹਨੇ ਮੋਟੀਆਂ ਕਜਲਾਈਆਂ ਅੱਖਾਂ ਨਾਲ ਮੈਨੂੰ ਅੰਦਰ ਜਾਂਦੀ ਨੂੰ ਤੱਕਿਆ
ਤੇ ਫਿਰ ਅੱਖਾਂ ਝੁਕਾ ਲਈਆਂ। ਜੇ ਮੇਰੀ ਸੁਰਤ ਇੱਕਦਮ ਝੰਜੋੜ ਕੇ ਜਗਾ ਨਾ ਦਿੰਦੀ ਕਿ ਜੀਤ ਨੇ ਸੀਤਾ ਨੂੰ ਓੜਿਆ ਹੋਇਆ, ਤਾਂ ਸ਼ਾਇਦ ਮੈਂ ਦੌੜ ਕੇ ਉਹਦੇ ਪੈਰਾਂ 'ਤੇ ਜਾ ਡਿੱਗਦੀ। ਰਾਮਲੀਲਾ 5-6 ਦਿਨ ਹੁੰਦੀ ਰਹੀ। ਜੀਤ ਸੀਤਾ ਦੀਆਂ ਭੂਮਿਕਾਵਾਂ ਬੜੀ ਖੂਬਸੂਰਤੀ ਨਾਲ ਨਿਭਾ ਰਿਹਾ ਸੀ। ਰਾਵਣ ਦੀ ਕੈਦ 'ਚ ਉਦਾਸ ਰੋਂਦੀ ਤੜਪਦੀ ਸੀਤਾ ਦਾ ਰਾਮ ਦੇ ਵਿਯੋਗ 'ਚ ਗਾਉਣਾ ਸੁਣ ਕੇ ਤਾਂ ਆਦਮੀਆਂ ਤੱਕ ਦੇ ਹਟਕੋਰੇ ਵੱਜ ਗਏ। ਜੀਤ ਸੱਚਮੁੱਚ ਹੀ ਰੋ ਰਿਹਾ ਸੀ। ਪਿੱਛੋਂ ਕਈ ਦਿਨਾਂ ਤੱਕ ਚਰਚੇ ਹੁੰਦੇ ਰਹੇ ਕਿ ਉਸ ਵੇਲੇ ਜੀਤ ਵਿੱਚ ਸੀਤਾ ਜੀ ਨੇ ਪ੍ਰਵੇਸ਼ ਕਰ ਲਿਆ ਸੀ। ਉਸ ਰਾਤ ਰਾਮਲੀਲਾ ਖਤਮ ਹੋਣ 'ਤੇ ਜਦੋਂ ਸਾਰੀ ਭੀੜ ਵਿੱਚ ਆਰਤੀ ਦਾ ਥਾਲ ਫੇਰਿਆ ਗਿਆ ਤਾਂ ਜੋ ਵੀ ਉਹਦੀ ਜੇਬ 'ਚ ਸੀ ਸਾਰਾ ਹੀ ਆਰਤੀ ਦੇ ਥਾਲ 'ਚ ਉਲਟ ਦਿੱਤਾ। ਕਈ ਦਿਨਾਂ ਤੋਂ ਸਾਂਭ ਲੁਕਾ ਰੱਖਿਆ ਇੱਕ ਕਾਗਜ਼ ਦਾ ਪੁਰਜਾ ਮੈਂ ਆਰਤੀ ਦੇ ਥਾਲ ਵਿੱਚ ਰੱਖ ਕੇ ਸਿਰ ਝੁਕਾ ਦਿੱਤਾ। ਧੰਨਵਾਦ।